ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। BA ਸਮੈਸਟਰ 6ਵਾਂ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਅਸੀਂ ਅਨੂਪ ਕੌਰ ਨਾਵਲ ਨਾਲ ਸੰਬੰਧਿਤ ਸਾਰ ਵਿਸ਼ਾ ਵਸਤੂ ਪਾਤਰ ਚਿੱਤਰਣ ਤੇ ਪ੍ਰਸ਼ਨ ਉੱਤਰ ਕਰ ਚੁੱਕੇ ਹਾਂ ਤੇ ਇਹਨਾਂ ਨਾਲ ਸੰਬੰਧਿਤ ਲਿੰਕ ਤੁਸੀਂ ਡਿਸਕ੍ਰਿਪਸ਼ਨ ਬਾਕਸ ਤੋਂ ਪ੍ਰਾਪਤ ਕਰ ਸਕਦੇ ਹੋ। ਤੇ ਅੱਗੇ ਅਸੀਂ ਕਰਾਂਗੇ ਪ੍ਰਸੰਗ ਸਹਿਤ ਵਿਆਖਿਆ। ਸ਼ੁਰੂ ਕਰਦੇ ਹਾਂ। ਪਹਿਲਾ ਹੈ, ਮਲੇਰਕੋਟਲੇ ਦੇ ਨਵਾਬਾਂ ਦੀ ਉਨੀ ਦਿਨੀ ਸਾਰੇ ਪੰਜਾਬ ਵਿੱਚ ਤੂਤੀ ਬੋਲਦੀ ਸੀ। ਬੜੇ ਲੰਮੇ ਹੱਥ ਸਨ ਨਵਾਬਾਂ ਦੇ। ਸਰਹੰਦ ਦਾ ਸੂਬਾ ਵੀ ਖੰਮ ਖਾਂਦਾ ਸੀ। ਮਾਣਜੂ ਸੀ ਤਿੱਖੀਆਂ ਤਲਵਾਰਾਂ ਦਾ। ਪ੍ਰਸੰਗ ਹੈ, ਇਹ ਵਾਰਤਕ ਟੋਟਾ ਵਾਰਤਾਲਾਪ ਸਾਡੀ ਪਾਠ ਪੁਸਤਕ ਅਨੂਪ ਕੌਰ ਨਾਵਲ ਵਿੱਚੋਂ ਲਿਆ ਗਿਆ ਹੈ। ਇਹ ਨਾਵਲ ਪੰਜਾਬੀ ਦੇ ਮਹਾਨ ਸਾਹਿਤਕਾਰ ਹਰਨਾਮ ਦਾਸ ਸਹਿਰਾਈ ਦੀ ਰਚਨਾ ਹੈ। ਸਹਿਰਾਈ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਇਤਿਹਾਸਕ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ। ਅਨੂਪ ਕੌਰ ਵੀ ਉਹਨਾਂ ਦਾ ਪ੍ਰਸਿੱਧ ਇਤਿਹਾਸਕ ਨਾਵਲ ਹੈ। ਇਸ ਵਿੱਚ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਮੁਗਲਾਂ ਨਾਲ 2 ਲੜਾਈਆਂ ਤੇ ਗੁਰੂ ਕਾਲ ਦੀ ਨਾਇਕਾ ਅਨੂਪ ਕੌਰ ਦੇ ਜੀਵਨ ਤੇ ਬਹਾਦਰੀ ਨੂੰ ਪੇਸ਼ ਕੀਤਾ ਹੈ। ਹੁਣ ਬੱਚਿਓ, ਤੁਸੀਂ ਇੱਥੇ ਧਿਆਨ ਰੱਖਣਾ ਹੈ ਕਿ ਕੋਈ ਵੀ ਅਨੂਪ ਕੌਰ ਨਾਵਲ ਦੇ ਵਿੱਚੋਂ ਜਦੋਂ ਤੁਹਾਨੂੰ ਵਾਰਤਕ ਟੋਟਾ ਆਏਗਾ, ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਏਗੀ, ਤਾਂ ਇਹ ਜਿੰਨੀਆਂ ਹੁਣ ਤੱਕ ਮੈਂ ਲਾਈਨਾਂ ਬੋਲੀਆਂ ਇਹ ਲਿਖਣੀਆਂ ਹੀ ਲਿਖਣੀਆਂ ਹੈ। ਮੈਂ ਅੱਗੇ ਬੋਲੂੰਗੀ ਨਹੀਂ ਇਹਨਾਂ ਨੂੰ, ਕਿਉਂਕਿ ਬਾਰ-ਬਾਰ ਰੈਪੀਟੀਸ਼ਨ ਹੁੰਦੀ ਹੈ, ਉਹਨਾਂ ਦੀ ਦੁਹਰਾਈ ਹੁੰਦੀ ਹੈ। ਤੇ ਜਿਹੜੀਆਂ ਵੱਖਰੀਆਂ ਲਾਈਨਾਂ ਹੋਣਗੀਆਂ ਉਹ ਇਸ ਤਰ੍ਹਾਂ ਮੈਂ ਸ਼ੁਰੂ ਕਰੂੰਗੀ, ਉਪਰੋਕਤ ਸਤਰਾਂ। ਠੀਕ ਹੈ, ਨਾਵਲ ਦੇ ਪਹਿਲੇ ਜਾਂ ਦੂਜੇ ਕਾਂਡ ਨਾਲ ਸੰਬੰਧਿਤ ਹੈ ਨਾ। ਸੋ ਤੁਸੀਂ ਆਪਣੇ ਆਪ ਹੀ ਪ੍ਰਸੰਗ ਦੇ ਨਾਲ ਸੰਬੰਧਿਤ ਇੰਨੀਆਂ ਲਾਈਨਾਂ ਲਿਖਣ ਵੇਲੇ ਜ਼ਰੂਰ ਐਡ ਕਰਨੀਆਂ। ਇਹਨਾਂ ਲਾਈਨਾਂ ਨੂੰ ਲਿਖਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰੋਗੇ ਅਗਲੀਆਂ ਲਾਈਨਾਂ ਮੈਂ ਬੋਲਦੀ ਹਾਂ। ਉਪਰੋਕਤ ਸਤਰਾਂ ਨਾਵਲ ਦੇ ਪਹਿਲੇ ਕਾਂਡ ਵਾਲ ਇੱਕ ਮੁੱਛ ਦਾ ਦੀਆਂ ਮੁੱਢਲੀਆਂ ਸਤਰਾਂ ਹਨ। ਇਹਨਾਂ ਵਿੱਚ ਨਾਵਲਕਾਰ ਨੇ ਮਲੇਰਕੋਟਲੇ ਦੇ ਨਵਾਬਾਂ ਦੀ ਚੜ੍ਹਤ ਬਾਰੇ ਦੱਸਿਆ ਹੈ। ਵਿਆਖਿਆ, ਇਹਨਾਂ ਸਤਰਾਂ ਵਿੱਚ ਲੇਖਕ ਦੱਸਦਾ ਹੈ ਕਿ ਗੁਰੂ ਕਾਲ ਵਿੱਚ ਮਲੇਰਕੋਟਲੇ ਦੇ ਨਵਾਬਾਂ ਦਾ ਸਾਰੇ ਪੰਜਾਬ 'ਚ ਹੀ ਬਹੁਤ ਵੱਡਾ ਪ੍ਰਭਾਵ ਸੀ। ਸਾਰੇ ਪੰਜਾਬ 'ਤੇ ਉਹਨਾਂ ਦਾ ਪ੍ਰਭਾਵ ਸੀ। ਉਹਨਾਂ ਦੀ ਪਹੁੰਚ ਬਹੁਤ ਸੀ। ਸਰਹੰਦ ਦਾ ਸੂਬੇਦਾਰ ਵੀ ਉਹਨਾਂ ਤੋਂ ਇੱਕ ਤਰ੍ਹਾਂ ਨਾਲ ਡਰਦਾ ਸੀ। ਇਸ ਦਾ ਕਾਰਨ ਇਹੋ ਸੀ ਕਿ ਮਲੇਰਕੋਟਲੇ ਦੇ ਨਵਾਬਾਂ ਕੋਲ ਮੈਦਾਨੇ ਜੰਗ ਵਿੱਚ ਲੜਨ ਲਈ ਤਕੜੇ ਯੋਧੇ ਸਨ। ਉਹਨਾਂ ਯੋਧਿਆਂ ਦੀਆਂ ਤੇਜ਼ ਧਾਰ ਵਾਲੀਆਂ ਤਲਵਾਰਾਂ ਤੋਂ ਸਭ ਡਰਦੇ ਸਨ। ਦੂਸਰਾ ਵਾਰਤਕ ਟੋਟਾ ਹੈ, ਯਾਰ ਖੂਬਸੂਰਤ ਬਾਰਾਂਦਰੀਆਂ ਉਹਨਾਂ ਚਿਰ ਤੱਕ ਸੋਹਣੀਆਂ ਨਹੀਂ ਲੱਗਦੀਆਂ ਜਦ ਤੱਕ ਉਹਨਾਂ ਵਿੱਚ ਝਾਂਜਰਾਂ ਦੀ ਛਣਕ ਤੇ ਕੰਗਣਾਂ ਦਾ ਖੜਾਕ ਨਾ ਹੋਵੇ। ਮੱਧਮ ਜਿਹਾ ਸਾਜ਼ ਹੋਵੇ ਚੂੜੀਆਂ ਦਾ। ਮੁਹਾਬਤ ਖਾਂ ਦੀ ਮੱਧਮ ਜਿਹੀ ਆਵਾਜ਼ ਸੀ। ਪ੍ਰਸੰਗ ਦੇ ਵਿੱਚ ਆਪਾਂ ਉਹ ਜਿਹੜੀਆਂ ਮੈਂ ਪਹਿਲਾਂ ਲਾਈਨਾਂ ਬੋਲੀਆਂ ਉਹ ਤੁਸੀਂ ਲਿਖੋਗੇ ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ। ਉਪਰੋਕਤ ਸਤਰਾਂ ਨਾਵਲ ਦੇ ਦੂਸਰੇ ਕਾਂਡ ਲਾਹੌਰ ਵਿੱਚੋਂ ਹਨ। ਜਦੋਂ ਮੁਹਾਬਤ ਖਾਂ ਪੰਜਾਬ ਦਾ ਸੂਬੇਦਾਰ ਬਣਦਾ ਹੈ ਤਾਂ ਉਸ ਲਈ ਦਿਲਾਵਰ ਖਾਂ ਜਿਹੜੀ ਮਹਿਫਲ ਸਜਾਉਂਦਾ ਹੈ ਉਸ ਵਿੱਚ ਮੁਹਾਬਤ ਖਾਂ ਜੋ ਰੰਗੀਨੀ ਮਿਜ਼ਾਜੀ ਵਾਲੀਆਂ ਗੱਲਾਂ ਕਰਦਾ ਉਹ ਇਹਨਾਂ ਸਤਰਾਂ ਵਿੱਚ ਸ਼ਾਮਲ ਹਨ। ਵਿਆਖਿਆ, ਇਹਨਾਂ ਸਤਰਾਂ ਵਿੱਚ ਮੁਹਾਬਤ ਖਾਂ ਦਿਲਾਵਰ ਖਾਂ ਨੂੰ ਚੱਲ ਰਹੀ ਮਹਿਫਲ 'ਚ ਹੌਲੀ ਜਿਹੀ ਆਵਾਜ਼ 'ਚ ਆਖਦਾ ਹੈ ਕਿ ਮਿੱਤਰਾ, ਸੁੰਦਰ ਬਾਰਾਂਦਰੀਆਂ ਵੀ ਉਸ ਵੇਲੇ ਤੱਕ ਸੋਹਣੀਆਂ ਨਹੀਂ ਲੱਗਦੀਆਂ ਜਦੋਂ ਤੱਕ ਉਹਨਾਂ ਬਾਰਾਂਦਰੀਆਂ ਵਿੱਚ ਝਾਂਜਰਾਂ ਦੀ ਛਣਕ ਤੇ ਕੰਗਣਾਂ ਦਾ ਖੜਾਕ ਨਾ ਹੋਵੇ। ਅਜਿਹੇ ਸਮੇਂ ਚੂੜੀਆਂ ਦੀ ਹੌਲੀ ਜਿਹੀ ਆਵਾਜ਼ ਹੋਣੀ ਚਾਹੀਦੀ ਹੈ। ਇੰਜ ਇਹਨਾਂ ਸਤਰਾਂ 'ਚੋਂ ਪੰਜਾਬ ਦੇ ਸੂਬੇਦਾਰ ਦੀ ਰੰਗੀਲੀ ਤਬੀਅਤ ਬਾਰੇ ਪਤਾ ਲੱਗਦਾ ਹੈ। ਤੀਸਰਾ ਵਾਰਤਕ ਟੋਟਾ, ਸ਼ਹਿਰ ਆਖ ਸਕਦੇ ਹੋ ਸਰਹੰਦ ਨੂੰ ਤੁਸੀਂ, ਭਾਵੇਂ ਪੁਰਾਣਿਆਂ ਖੋਲਿਆਂ ਤੇ ਉਸਰਿਆ ਨਗਰ, ਪਰ ਹੈ ਸੀ ਬਹੁਤ ਪੁਰਾਣਾ। ਕਈ ਤਾਂ ਉਹਨੂੰ ਹਿੰਦੂ ਰਾਜ ਦਾ ਕੇਂਦਰ ਆਖਦੇ ਹਨ। ਜਰਨੈਲੀ ਸੜਕ 'ਤੇ ਹੋਣ ਕਰਕੇ ਹਰ ਕੋਈ ਉੱਥੇ ਰਹਿਣ ਦਾ ਮਨ ਬਣਾ ਲੈਂਦਾ। ਮੋਟੇ ਸ਼ਾਹੂਕਾਰ ਤੇ ਧਨਾੜ ਪੂੰਜੀਪਤੀ ਨਵਾਬ ਉੱਥੇ ਹੀ ਆਪਣੇ ਮਹਿਲ ਬਣਾਉਂਦੇ ਮੌਜ ਮੇਲੇ ਲਈ। ਪ੍ਰਸੰਗ ਹੈ, ਉਪਰੋਕਤ ਸਤਰਾਂ ਨਾਵਲ ਦੇ ਤੀਸਰੇ ਕਾਂਡ ਸਰਹੰਦ ਵਿੱਚ ਸ਼ਾਮਲ ਹਨ। ਇਹਨਾਂ ਸਤਰਾਂ ਵਿੱਚ ਲੇਖਕ ਨੇ ਸਰਹੰਦ ਸ਼ਹਿਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਵਿਆਖਿਆ, ਇਹਨਾਂ ਸਤਰਾਂ 'ਚ ਲੇਖਕ ਆਖਦਾ ਹੈ ਕਿ ਸਰਹੰਦ ਨੂੰ ਸ਼ਹਿਰ ਵੀ ਕਿਹਾ ਜਾ ਸਕਦਾ ਹੈ। ਇਹ ਪੁਰਾਣੀਆਂ ਟੁੱਟੀਆਂ ਭੱਜੀਆਂ ਇਮਾਰਤਾਂ ਵਾਲਾ ਬਹੁਤ ਪੁਰਾਣਾ ਨਗਰ ਹੈ। ਬਹੁਤ ਸਾਰੇ ਲੋਕ ਇਸ ਨਗਰ ਨੂੰ ਹਿੰਦੂ ਰਾਜ ਦਾ ਕੇਂਦਰ ਵੀ ਆਖਦੇ ਹਨ। ਜਰਨੈਲੀ ਸੜਕ ਦੇ ਉੱਪਰ ਹੋਣ ਸਦਕਾ ਹਰ ਕੋਈ ਇਸ ਨਗਰ 'ਚ ਰਹਿਣ ਲਈ ਤਿਆਰ ਹੋ ਜਾਂਦਾ ਸੀ। ਵੱਡੇ ਸ਼ਾਹੂਕਾਰ, ਅਮੀਰ ਤੇ ਨਵਾਬ ਆਪਣਾ ਮੌਜ ਮੇਲੇ ਵਾਲਾ ਜੀਵਨ ਗੁਜ਼ਾਰਨ ਲਈ ਇਸੇ ਨਗਰ ਵਿੱਚ ਆਪਣੇ ਮਹਿਲ ਬਣਾਉਂਦੇ ਸਨ। ਚੌਥਾ ਵਾਰਤਾਲਾਪ ਟੋਟਾ ਹੈ, ਸਿੱਖਾਂ ਨੇ ਅੱਖਾਂ ਵਿਛਾ ਦਿੱਤੀਆਂ, ਪੈਰਾਂ ਥੱਲੇ ਹੱਥ ਧਰੇ, ਫੁੱਲਾਂ ਨਾਲ ਭੀਮ ਚੰਦ ਦਾ ਗਲ ਭਰ ਦਿੱਤਾ, ਵਰਸ਼ਾ ਕੀਤੀ ਫੁੱਲਾਂ ਦੀ, ਫੁੱਲ ਵਾਂਗੂ ਖਿੜ ਗਿਆ ਭੀਮ ਚੰਦ। ਆਦਰ ਕਰਨ ਵਾਲਿਆਂ ਦਾ ਮੋਹਰੀ ਮਾਮਾ ਕਿਰਪਾਲ ਚੰਦ ਸੀ। ਪ੍ਰਸੰਗ ਹੈ, ਉਪਰੋਕਤ ਵਾਰਤਕ ਸਤਰਾਂ ਨਾਵਲ ਦੇ ਚੌਥੇ ਕਾਂਡ
ਪਾਲਕੀ ਵਿੱਚੋਂ ਹਨ। ਇਹਨਾਂ ਸਤਰਾਂ ਵਿੱਚ ਕਹਿਲੂਰ ਦੇ ਰਾਜੇ ਭੀਮ ਚੰਦ ਵੱਲੋਂ ਆਨੰਦਪੁਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਉਣ ਸਮੇਂ ਉਸ ਦੇ ਕੀਤੇ ਸਤਿਕਾਰ ਬਾਰੇ ਦੱਸਿਆ ਗਿਆ ਹੈ। ਵਿਆਖਿਆ। ਜਿਸ ਸਮੇਂ ਕਹਿਲੂਰ ਦਾ ਰਾਜਾ ਭੀਮ ਚੰਦ ਆਨੰਦਪੁਰ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਸਿੱਖ ਉਸ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਉਸ ਦੇ ਪੈਰਾਂ ਹੇਠ ਹੱਥ ਧਰਦੇ ਹਨ, ਅਰਥਾਤ ਉਸ ਨੂੰ ਨਿੱਘੀ ਜੀ ਆਇਆਂ ਆਖਦੇ ਹਨ। ਭੀਮ ਚੰਦ ਦਾ ਗਲ ਫੁੱਲਾਂ ਦੇ ਹਾਰਾਂ ਨਾਲ ਭਰ ਦਿੱਤਾ ਜਾਂਦਾ ਹੈ। ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਤਾਂ ਉਹ ਬਹੁਤ ਹੀ ਖੁਸ਼ ਹੁੰਦਾ ਹੈ। ਭੀਮ ਚੰਦ ਦਾ ਗੁਰੂ ਘਰ 'ਚ ਇਹ ਸਤਿਕਾਰ ਕਰਨ ਵਾਲਿਆਂ ਦਾ ਆਗੂ ਮਾਮਾ ਕਿਰਪਾਲ ਚੰਦ ਸੀ। ਪੰਜਵਾਂ ਟੋਟਾ। ਸਾਡੀ ਤੇ ਇੱਛਾ ਸੀ ਕਿ ਤੁਸੀਂ ਕੁਝ ਦਿਨ ਹੋਰ ਆਨੰਦਪੁਰ ਰਹਿੰਦੇ ਤੇ ਆਪਣੀਆਂ ਰਾਇਆਂ ਦਿੰਦੇ ਤਾਂ ਜੋ ਅਸੀਂ ਆਨੰਦਪੁਰ ਨੂੰ ਖੂਬਸੂਰਤ ਬਣਾ ਸਕਦੇ। ਜ਼ਾਲਮ ਹਕੂਮਤ ਨਾਲ ਇਸੇ ਆਨੰਦਪੁਰ ਨੇ ਟੱਕਰ ਲੈਣੀ ਹੈ। ਸਾਹਿਬ ਆਖਣ ਲੱਗੇ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ ਚੌਥੇ ਕਾਂਡ ਪਾਲਕੀ ਵਿੱਚੋਂ ਹੈ। ਇਸ ਵਿੱਚ ਗੁਰੂ ਜੀ ਆਨੰਦਪੁਰ ਮਿਲਣ ਆਏ ਕਹਿਲੂਰ ਦੇ ਰਾਜੇ ਭੀਮ ਚੰਦ ਦੇ ਜਾਣ ਸਮੇਂ ਉਹਨਾਂ ਦੇ ਨਾਲ ਆਏ ਪਰਮਾਨੰਦ ਨੂੰ ਜੋ ਆਖਦੇ ਹਨ ਉਹ ਇਹਨਾਂ ਸਤਰਾਂ ਵਿੱਚ ਹੈ। ਵਿਆਖਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੀਮ ਚੰਦ ਤੇ ਉਸ ਨਾਲ ਆਏ ਪਰਮਾਨੰਦ ਨੂੰ ਆਖਦੇ ਹਨ ਕਿ ਸਾਡੀ ਤਾਂ ਰੀਝ ਸੀ ਕਿ ਤੁਸੀਂ ਥੋੜ੍ਹੇ ਦਿਨ ਹੋਰ ਆਨੰਦਪੁਰ ਵਿੱਚ ਰਹਿੰਦੇ ਅਤੇ ਆਨੰਦਪੁਰ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਲਈ ਆਪਣੀਆਂ ਸਲਾਹਾਂ ਦਿੰਦੇ। ਗੁਰੂ ਜੀ ਆਖਦੇ ਹਨ ਕਿ ਜ਼ਾਲਮ ਹਕੂਮਤ ਭਾਵ ਮੁਗਲਾਂ ਨਾਲ ਇਸੇ ਆਨੰਦਪੁਰ ਨੇ ਹੀ ਮੁਕਾਬਲਾ ਕਰਨਾ ਹੈ, ਭਾਵ ਸਿੱਖਾਂ ਨੂੰ ਹੀ ਮੁਗਲਾਂ ਦੇ ਅਤਿਆਚਾਰ ਵਿਰੁੱਧ ਯੁੱਧ ਕਰਨਾ ਪੈਣਾ ਹੈ। ਟੋਟਾ ਛੇਵਾਂ। ਮਾਖੋਵਾਲ ਦਾ ਨਾਂ ਸਾਹਿਬਾਂ ਆਨੰਦਪੁਰ ਰੱਖ ਦਿੱਤਾ ਤੇ ਫਰਮਾਇਆ ਜਿਹੜਾ ਮਨੁੱਖ ਇੱਥੇ ਨਿਵਾਸ ਕਰੇਗਾ ਉਹਨੂੰ ਆਨੰਦ ਪ੍ਰਾਪਤ ਹੋਏਗਾ, ਮੁਕਤ ਹੋ ਜਾਏਗਾ ਆਪਣਿਆਂ ਗੁਨਾਹਾਂ ਤੋਂ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ ਪੰਜਵੇਂ ਕਾਂਡ ਆਨੰਦਪੁਰ ਵਿੱਚੋਂ ਹੈ। ਇਸ ਵਿੱਚ ਲੇਖਕ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਆਨੰਦਪੁਰ ਨੂੰ ਵਸਾਉਣ ਤੇ ਗੁਰੂ ਜੀ ਵੱਲੋਂ ਇਸ ਸਥਾਨ ਦੀ ਦੱਸੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਵਿਆਖਿਆ। ਇਹਨਾਂ ਸਤਰਾਂ 'ਚ ਲੇਖਕ ਦੱਸਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਪਿੰਡ ਮਾਖੋਵਾਲ ਦਲੀਪ ਚੰਦ ਤੋਂ ਮੁੱਲ ਲਿਆ ਸੀ ਉਸ ਦਾ ਨਵਾਂ ਨਾਂ ਆਨੰਦਪੁਰ ਰੱਖ ਦਿੱਤਾ ਤੇ ਕਿਹਾ ਕਿ ਜਿਹੜਾ ਵੀ ਮਨੁੱਖ ਇੱਥੇ ਰਹੇਗਾ ਉਸ ਨੂੰ ਜੀਵਨ 'ਚ ਆਨੰਦ ਹੀ ਪ੍ਰਾਪਤ ਹੋਵੇਗਾ ਤੇ ਇੱਥੇ ਰਹਿਣ ਵਾਲਾ ਮਨੁੱਖ ਆਪਣੇ ਵੱਲੋਂ ਕੀਤੇ ਗੁਨਾਹਾਂ ਭਾਵ ਮਾੜੇ ਕੰਮਾਂ ਤੋਂ ਵੀ ਮੁਕਤ ਹੋ ਜਾਵੇਗਾ। ਇੰਜ ਗੁਰੂ ਜੀ ਨੇ ਇੱਥੇ ਰਹਿਣ ਵਾਲੇ ਮਨੁੱਖਾਂ ਦੇ ਪਾਪ ਧੋਤੇ ਜਾਣ ਬਾਰੇ ਕਿਹਾ। ਸੱਤਵਾਂ ਟੋਟਾ ਹੈ ਕੁਦਰਤ ਨੇ ਰੱਜ ਕੇ ਹੁਸਨ ਦੀਆਂ ਦਾਤਾਂ ਬਖਸ਼ੀਆਂ ਹੋਈਆਂ ਸਨ ਗੁਰੂ ਗੋਬਿੰਦ ਸਿੰਘ ਨੂੰ। ਆਨੰਦਪੁਰ ਦਾ ਕਹਾਣ ਆਖ ਲਓ, ਇਹਦੇ ਵਿੱਚ ਕੋਈ ਝੂਠ ਨਹੀਂ ਸੀ। ਤੁਰੇ ਜਾਂਦੇ ਰਾਹੀ ਵੀ ਗੱਲਾਂ ਕਰਦੇ। ਪ੍ਰਸੰਗ ਹੈ ਉਪਰੋਕਤ ਸਤਰਾਂ ਨਾਵਲ ਦੇ ਪੰਜਵੇਂ ਕਾਂਡ ਆਨੰਦਪੁਰ ਵਿੱਚੋਂ ਹਨ। ਇਹਨਾਂ ਸਤਰਾਂ 'ਚ ਲੇਖਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰੀਰਕ ਸੁੰਦਰਤਾ ਬਾਰੇ ਦੱਸਿਆ ਹੈ। ਵਿਆਖਿਆ। ਇਹਨਾਂ ਸਤਰਾਂ ਵਿੱਚ ਲੇਖਕ ਦੱਸਦਾ ਹੈ ਕਿ ਕੁਦਰਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਹੀ ਸੁੰਦਰਤਾ ਬਖਸ਼ੀ ਹੋਈ ਸੀ। ਉਹਨਾਂ ਦੀ ਇਸੇ ਸੁੰਦਰਤਾ ਕਾਰਨ ਉਹਨਾਂ ਨੂੰ ਆਨੰਦਪੁਰ ਦਾ ਕਾਹਨ ਭਾਵ ਕ੍ਰਿਸ਼ਨ ਕਿਹਾ ਜਾਂਦਾ ਸੀ। ਇਸ ਗੱਲ ਵਿੱਚ ਕੋਈ ਝੂਠ ਨਹੀਂ ਸੀ। ਗੁਰੂ ਜੀ ਦੀ ਸੁੰਦਰਤਾ ਬਾਰੇ ਤਾਂ ਰਾਹੀ ਵੀ ਆਪਸ ਵਿੱਚ ਗੱਲਾਂ ਕਰਦੇ ਸਨ। ਇੰਜ ਇਹਨਾਂ ਸਤਰਾਂ 'ਚ ਦੱਸਿਆ ਗਿਆ ਹੈ ਕਿ ਗੁਰੂ ਜੀ ਬੇਹੱਦ ਸੁਨੱਖੇ ਸਨ। ਅੱਠਵਾਂ ਟੋਟਾ ਹੈ ਮਾਂ ਜਦ ਤੂੰ ਇਹ ਸਾਰੀਆਂ ਗੱਲਾਂ ਜਾਣਦੀ ਏ ਤੇ ਫਿਰ ਮੈਨੂੰ ਕਿਉਂ ਅੱਬਾ ਜਾਨ ਦੇ ਸਾਹਮਣੇ ਪੇਸ਼ ਕਰਦੀ ਏ? ਮਾਂ ਮੇਰੇ ਯਾਰ ਚੱਲੇ ਹਨ ਤੇ ਮੈਂ ਵੀ ਚੱਲਿਆ ਹਾਂ, ਜਿਵੇਂ ਸਮਝੇ ਸਮਝਾ ਲਾ। ਮੈਂ ਚੱਲਿਆ ਹਾਂ, ਮੇਰਾ ਘੋੜਾ ਤਿਆਰ ਏ, ਸਲਾਮ ਅੰਮਾ। ਪ੍ਰਸੰਗ ਹੈ ਉਪਰੋਕਤ ਵਾਰਤਕ ਸਤਰਾਂ ਨਾਵਲ ਦੇ ਛੇਵੇਂ ਕਾਂਡ ਤਿੱਕੜੀ ਵਿੱਚੋਂ ਹਨ। ਇਹਨਾਂ ਸਤਰਾਂ ਵਿੱਚ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਦਾ ਜਵਾਨ ਪੁੱਤਰ ਜਦੋਂ ਆਪਣੀ ਮਾਂ ਨੂੰ ਸਰਹੰਦ ਜਾਣ ਬਾਰੇ ਦੱਸਦਾ ਹੈ ਤਾਂ ਮਾਂ ਪਿਤਾ ਤੋਂ ਇਜਾਜ਼ਤ ਲੈਣ ਲਈ ਆਖਦੀ, ਪਰ ਉਹ ਮਾਂ ਨੂੰ ਜੋ ਆਖਦਾ ਹੈ ਉਹ ਇਹਨਾਂ ਸਤਰਾਂ ਵਿੱਚ ਹੈ। ਵਿਆਖਿਆ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਦਾ ਪੁੱਤਰ ਆਪਣੀ ਮਾਂ ਨੂੰ ਆਖਦਾ ਹੈ ਕਿ ਜਦੋਂ ਉਸ ਨੂੰ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹੈ ਤਾਂ ਉਹ ਮੈਨੂੰ ਅੱਬਾ ਜਾਨ ਦੇ ਸਾਹਮਣੇ ਜਾਣ ਲਈ ਕਿਉਂ ਆਖਦੀ ਹੈ? ਉਹ ਆਖਦਾ ਹੈ ਕਿ ਮੇਰੇ ਮਿੱਤਰ ਚੱਲੇ ਹਨ ਤੇ ਮੈਂ ਵੀ ਉਹਨਾਂ ਨਾਲ ਜਾ ਰਿਹਾ ਹਾਂ। ਇੰਜ ਉਹ ਆਪ ਹੀ ਅੱਬਾ ਜਾਨ ਨੂੰ ਜਿਸ ਤਰ੍ਹਾਂ ਜਿਵੇਂ ਮਰਜ਼ੀ ਸਮਝਾ ਲਵੇ। ਉਹ ਆਖਦਾ ਹੈ ਕਿ ਮੇਰਾ ਘੋੜਾ ਤਿਆਰ ਹੈ। ਜਾਣ ਲੱਗਾ ਉਹ ਮਾਂ ਨੂੰ ਸਲਾਮ ਬੁਲਾਉਂਦਾ ਹੈ। ਨੌਵਾਂ ਵਾਰਤਾਲਾਪ। ਮੈਨੂੰ ਕਾਹਨੂੰ ਤੜਫਾਉਣ ਤੇ ਲੱਕ ਬੱਧਾ ਏ, ਬਦਲਾ ਲੈਣਾ ਏ ਮੈਥੋਂ ਕਿਸੇ ਜਨਮ ਦਾ। ਮੇਰੀਆਂ ਤੇ ਅੱਖੀਆਂ ਵਿੱਚ ਨੀਂਦ ਹੀ ਗਾਇਬ ਹੋ ਗਈ ਏ, ਮੁਹਾਬਤ ਖਾਂ ਨੇ ਨਸ਼ੇ ਵਿੱਚ ਆਖਿਆ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 7ਵੇਂ ਕਾਂਡ ਰੁੱਤ ਮਹਿੰਦੀ ਲਾਉਣ ਦੀ ਆਈ ਵਿੱਚੋਂ ਹੈ। ਜਦੋਂ ਦਿਲਾਵਰ ਖਾਂ ਨਵੇਂ ਬਣੇ ਸੂਬੇਦਾਰ ਮੁਹਾਬਤ ਖਾਂ ਨੂੰ ਅਨੂਪ ਕੌਰ ਦੀ ਸੁੰਦਰਤਾ ਬਾਰੇ ਦੱਸਦਾ ਹੈ ਤਾਂ ਇਸ ਤੇ ਜੋ ਮੁਹਾਬਤ ਖਾਂ ਆਖਦਾ ਹੈ ਉਹ ਇਸ ਵਾਰਤਾਲਾਪ ਵਿੱਚ ਹੈ। ਵਿਆਖਿਆ ਹੈ
ਮੁਹਾਬਤ ਖਾਂ ਅਨੂਪ ਕੌਰ ਦੀ ਸੁੰਦਰਤਾ ਬਾਰੇ ਸੁਣ ਕੇ ਦਿਲਾਵਰ ਖਾਂ ਨੂੰ ਆਖਦਾ ਹੈ ਕਿ ਤੂੰ ਮੈਨੂੰ ਕਿਉਂ ਤੜਫਾਉਣ ਦੀ ਧਾਰੀ ਹੋਈ ਹੈ? ਕੀ ਤੂੰ ਮੇਰੇ ਤੋਂ ਕੋਈ ਬਦਲਾ ਲੈਣਾ ਹੈ? ਉਹ ਆਖਦਾ ਹੈ ਕਿ ਅਨੂਪ ਕੌਰ ਦੀ ਸੁੰਦਰਤਾ ਬਾਰੇ ਸੁਣ ਕੇ ਮੇਰੀ ਤਾਂ ਨੀਂਦ ਹੀ ਗੁਆਚ ਗਈ ਹੈ। ਮੁਹਾਬਤ ਖਾਂ ਅਜਿਹਾ ਸਾਰਾ ਕੁਝ ਨਸ਼ੇ 'ਚ ਕਹਿ ਰਿਹਾ ਹੈ। ਵਾਰਤਾਲਾਪ 10ਵਾਂ। ਨਾ ਸੁਰਮਾ ਅੱਖਾਂ ਝੱਲਦੀਆਂ ਹਨ ਤੇ ਨਾ ਰੂਪ ਸ਼ੀਸ਼ਾ, ਜਿੰਨੇ ਮੂੰਹ ਓਨੀਆਂ ਗੱਲਾਂ। ਕਿਸੇ ਨੇ ਹੀਰ ਸਲੇਟੀ ਆਖਿਆ ਕੋਈ ਸੋਹਣੀ, ਤੇ ਕਿਸੇ ਨੇ ਸਾਹਿਬਾਂ ਆਖ ਕੇ ਦਿਲ ਦੀ ਪਿਆਸ ਬੁਝਾ ਲਈ। ਅੱਖਾਂ ਤੇ ਸੇਕ ਹੀ ਲੈਂਦੇ ਹਾਕਾਂ ਮਾਰਨ ਵਾਲੇ ਜਵਾਨੀ ਨੂੰ ਮੁੰਡੇ। ਪ੍ਰਸੰਗ ਹੈ ਉਪਰੋਕਤ ਸਤਰਾਂ ਨਾਵਲ ਦੇ 8ਵੇਂ ਕਾਂਡ ਨੀਲੀ ਹਵੇਲੀ ਵਿੱਚੋਂ ਹਨ। ਇਹਨਾਂ ਸਤਰਾਂ 'ਚ ਲੇਖਕ ਨੇ ਅਨੂਪ ਕੌਰ ਦੀ ਸੁੰਦਰਤਾ ਬਾਰੇ, ਲੋਕਾਂ ਦੀਆਂ ਗੱਲਾਂ ਤੇ ਜਵਾਨ ਮੁੰਡਿਆਂ ਤੇ ਇਸ ਦੇ ਪ੍ਰਭਾਵ ਬਾਰੇ ਦੱਸਿਆ ਹੈ। ਵਿਆਖਿਆ। ਇਹਨਾਂ ਸਤਰਾਂ 'ਚ ਨਾਵਲਕਾਰ ਦੱਸਦਾ ਹੈ ਕਿ ਅਨੂਪ ਕੌਰ ਦੀ ਸੁੰਦਰਤਾ ਬਾਰੇ ਹਰ ਕੋਈ ਗੱਲਾਂ ਕਰਦਾ ਸੀ। ਕੋਈ ਉਸ ਦੀ ਤੁਲਨਾ ਹੀਰ ਸਲੇਟੀ ਨਾਲ ਕਰਦਾ, ਕੋਈ ਸੋਹਣੀ ਨਾਲ, ਤੇ ਕੋਈ ਉਸ ਨੂੰ ਸਾਹਿਬਾਂ ਆਖ ਕੇ ਦਿਲ ਦੀ ਪਿਆਸ ਬੁਝਾ ਲੈਂਦਾ ਸੀ। ਨੌਜਵਾਨੀ 'ਚ ਪੈਰ ਧਰ ਰਹੇ ਗੱਭਰੂ ਉਸ ਨੂੰ ਵੇਖ ਕੇ ਹੀ ਨਸ਼ਿਆ ਜਾਂਦੇ ਸਨ। ਇੰਜ ਲੇਖਕ ਨੇ ਅਨੂਪ ਕੌਰ ਦੀ ਸੁੰਦਰਤਾ ਦੇ ਲੋਕਾਂ 'ਤੇ ਪਏ ਪ੍ਰਭਾਵ ਬਾਰੇ ਦੱਸਿਆ ਹੈ। ਵਾਰਤਾਲਾਪ ਟੋਟਾ 11ਵਾਂ। ਧੀਆਂ ਗਊਆਂ ਹਨ, ਮਾਪੇ ਗਊ ਨੂੰ ਉੱਥੇ ਛੱਡਦੇ ਹਨ ਜਿੱਥੇ ਘਾਹ ਹੋਵੇ। ਧੀਆਂ ਤਾਂ ਅੱਗੇ ਹੀ ਪਰਾਇਆ ਧਨ ਹਨ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 9ਵੇਂ ਕਾਂਡ ਘੁੰਡ ਲਾਹੇ ਕਲੀਆਂ ਨੇ ਵਿੱਚੋਂ ਹੈ। ਜਦੋਂ ਅਨੂਪ ਕੌਰ ਆਪਣੀ ਮਾਂ ਨੂੰ ਆਪਣੇ ਵਰ ਬਾਰੇ ਆਪਣੇ ਮਨ ਦੀ ਗੱਲ ਦੱਸਦੀ ਹੈ ਤਾਂ ਮਾਂ ਧੀ ਨੂੰ ਜੋ ਸਮਝਾਉਂਦੀ ਹੈ ਤੇ ਆਖਦੀ ਹੈ ਉਹ ਇਸ ਵਾਰਤਾਲਾਪ ਵਿੱਚ ਹੈ। ਵਿਆਖਿਆ। ਅਨੂਪ ਕੌਰ ਦੀ ਮਾਂ ਉਸ ਨੂੰ ਸਮਝਾਉਂਦੀ ਹੈ ਕਿ ਧੀਆਂ ਤਾਂ ਗਊਆਂ ਵਾਂਗ ਹੀ ਹੁੰਦੀਆਂ ਹਨ ਤੇ ਮਾਪੇ ਗਊ ਨੂੰ ਉਸ ਥਾਂ ਛੱਡਦੇ ਹਨ ਜਿੱਥੇ ਘਾਹ ਹੋਵੇ, ਅਰਥਾਤ ਮਾਪੇ ਧੀ ਲਈ ਉਸੇ ਘਰ 'ਚੋਂ ਹੀ ਵਰ ਲੱਭਦੇ ਹਨ ਜਿੱਥੇ ਸਭ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੋਣ। ਉਹ ਧੀ ਨੂੰ ਸਮਝਾਉਂਦੀ ਹੈ ਕਿ ਧੀਆਂ ਤਾਂ ਪਹਿਲਾਂ ਹੀ ਬੇਗਾਨਾ ਧਨ ਹੁੰਦੀਆਂ ਹਨ, ਭਾਵ ਧੀਆਂ ਨੇ ਇੱਕ ਦਿਨ ਮਾਪਿਆਂ ਘਰੋਂ ਸਹੁਰੇ ਘਰ ਜਾਣਾ ਹੀ ਹੁੰਦਾ ਹੈ। ਵਾਰਤਾਲਾਪ ਟੋਟਾ 12ਵਾਂ। ਸੇਵਾ ਕਰ ਰਹੀਆਂ ਸਨ ਮਾਵਾਂ ਧੀਆਂ, ਖੀਵੀਆਂ ਹੋ ਲੰਗਰ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਸਨ। ਮਨ ਵਿੱਚ ਚਾਅ ਸੀ ਉਸ ਦੇ ਆਉਣ ਦਾ। ਹਵੇਲੀ ਦੀ ਕਿਸਮਤ ਨੂੰ ਭਾਗ ਲੱਗ ਗਏ, ਪਵਿੱਤਰ ਹੋ ਗਈ ਧਰਤੀ ਹਵੇਲੀ ਦੀ। ਪ੍ਰਸੰਗ ਹੈ ਉਪਰੋਕਤ ਵਾਰਤਕ ਸਤਰਾਂ ਨਾਵਲ ਦੇ 10ਵੇਂ ਕਾਂਡ ਧੂੜ ਤੇਰੇ ਚਰਨਾਂ ਦੀ ਵਿੱਚੋਂ ਹਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੀਲੀ ਹਵੇਲੀ ਵਾਲਿਆਂ ਦੇ ਸੱਦੇ ਤੇ ਸੰਗਤ ਸਮੇਤ ਉਹਨਾਂ ਘਰ ਆਉਂਦੇ ਹਨ ਤਾਂ ਅਨੂਪ ਕੌਰ ਤੇ ਉਸ ਦੀ ਮਾਂ ਜਿਵੇਂ ਸੰਗਤ ਦੀ ਸੇਵਾ ਕਰਦੀਆਂ ਹਨ ਉਹ ਇਹਨਾਂ ਸਤਰਾਂ 'ਚ ਦੱਸਿਆ ਗਿਆ ਹੈ। ਵਿਆਖਿਆ। ਆਪਣੇ ਘਰ ਗੁਰੂ ਜੀ ਦੀ ਸੰਗਤ ਸਮੇਤ ਆਉਣ ਤੇ ਅਨੂਪ ਕੌਰ ਤੇ ਉਸ ਦੀ ਮਾਂ ਬਹੁਤ ਸੇਵਾ ਕਰ ਰਹੀਆਂ ਸਨ। ਮਾਵਾਂ ਧੀਆਂ ਬੇਹੱਦ ਖੁਸ਼ੀ 'ਚ ਲੰਗਰ ਦੀ ਸੇਵਾ ਕਰ ਰਹੀਆਂ ਸਨ। ਉਹ ਗੁਰੂ ਜੀ ਦੇ ਘਰ ਆਉਣ ਤੇ ਦਿਲੋਂ ਬਹੁਤ ਹੀ ਖੁਸ਼ ਸਨ। ਗੁਰੂ ਜੀ ਦੇ ਆਉਣ ਨਾਲ ਉਹਨਾਂ ਦੀ ਹਵੇਲੀ ਦੀ ਕਿਸਮਤ ਖੁੱਲ੍ਹ ਗਈ ਸੀ। ਗੁਰੂ ਜੀ ਦੇ ਚਰਨਾਂ ਨਾਲ ਹਵੇਲੀ ਦੀ ਜ਼ਮੀਨ ਵੀ ਪਵਿੱਤਰ ਹੋ ਗਈ ਸੀ। ਵਾਰਤਾਲਾਪ ਟੋਟਾ 13ਵਾਂ। ਸੰਗਣ ਦੀ ਲੋੜ ਨਹੀਂ, ਜੋ ਦਿਲ ਵਿੱਚ ਹੀ ਆਖ ਬੁੱਲਾਂ ਤੇ ਆਏ ਨੂੰ ਰੋਕੇ ਨਾ। ਹੁਣ ਪਹਿਰੇਦਾਰ ਦੀ ਲੋੜ ਨਹੀਂ, ਬੋਲੋ ਨਿਝੱਕ ਹੋ ਕੇ, ਇਸ ਤੋਂ ਚੰਗਾ ਵੇਲਾ ਫੇਰ ਨਹੀਂ ਲੱਭਣਾ, ਸਾਹਿਬ ਆਖਣ ਲੱਗੇ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 10ਵੇਂ ਕਾਂਡ ਧੂੜ ਤੇਰੇ ਚਰਨਾਂ ਦੀ ਵਿੱਚੋਂ ਹੈ। ਜਦੋਂ ਗੁਰੂ ਜੀ ਅਨੂਪ ਕੌਰ ਨੂੰ ਮਿਲਦੇ ਹਨ ਤਾਂ ਉਹ ਉਸ ਨੂੰ ਆਪਣੇ ਮਨ ਦੀ ਗੱਲ ਦੱਸਣ ਬਾਰੇ ਜੋ ਆਖਦੇ ਹਨ ਉਹ ਹੀ ਇਸ ਵਾਰਤਾਲਾਪ 'ਚ ਸ਼ਾਮਲ ਹੈ। ਵਿਆਖਿਆ ਹੈ। ਇਸ ਵਾਰਤਾਲਾਪ 'ਚ ਗੁਰੂ ਜੀ ਅਨੂਪ ਕੌਰ ਨੂੰ ਆਖਦੇ ਹਨ ਕਿ ਜਿਹੜੀ ਗੱਲ ਮਨ 'ਚ ਹੋਵੇ ਉਸ ਨੂੰ ਰੋਕਣਾ ਨਹੀਂ ਚਾਹੀਦਾ, ਬਲਕਿ ਉਹ ਬਿਨਾਂ ਸੰਗਿਆਂ ਦਿਲ ਦੀ ਗੱਲ ਦੱਸੇ। ਗੁਰੂ ਜੀ ਆਖਦੇ ਹਨ ਕਿ ਹੁਣ ਕੁਝ ਵੀ ਲੁਕਾਉਣ ਦੀ ਲੋੜ ਨਹੀਂ, ਬਲਕਿ ਬੇਝਿਜਕ ਹੋ ਕੇ ਸਾਰੀ ਗੱਲ ਦੱਸ ਦੇਵੇ, ਕਿਉਂਕਿ ਇਸ ਸਮੇਂ ਨਾਲੋਂ ਹੋਰ ਚੰਗਾ ਸਮਾਂ ਫੇਰ ਕਦੀ ਵੀ ਨਹੀਂ ਮਿਲਣਾ। ਵਾਰਤਾਲਾਪ ਟੋਟਾ 14ਵਾਂ। ਆਨੰਦਪੁਰ ਦੀ ਗਿੱਚੀ ਮਰੋੜਨ ਆਏ ਸਨ। ਪਹਾੜੀਏ ਰਾਜੇ ਤੇ ਆਪਣੀ ਖੁੰਬ ਠਪਾ ਕੇ ਤੁਰ ਗਏ। ਘਰ ਦੀਆਂ ਸੁਆਣੀਆਂ ਨੇ ਤਾਨੇ ਦਿੱਤੇ ਤੇ ਉਹਨਾਂ ਫੇਰ ਖੜੱਪਿਆਂ ਵਾਂਗ ਸਿਰ ਚੁੱਕ ਲਿਆ, ਪਰ ਸਿੱਖਾਂ ਦੇ ਸੋਟਿਆਂ ਤੋਂ ਡਰ ਆਉਂਦਾ ਸੀ ਕਿ ਕਿਧਰੇ ਸਿਰ ਹੀ ਨਾ ਮਿੱਧ ਦੇਣ, ਰੰਡੀਆਂ ਨਾ ਹੋ ਜਾਣ ਪਹਾੜ, ਨਾ ਯਤੀਮ ਨਾ ਹੋ ਜਾਣ ਬੱਚੇ। ਇਹਦਾ ਪ੍ਰਸੰਗ ਹੈ ਉਪਰੋਕਤ ਸਤਰਾਂ ਨਾਵਲ ਦੇ 11ਵੇਂ ਕਾਂਡ ਟੱਕਰ ਪੈਂਦੇ ਖਾਂ ਦੀਆਂ ਮੁੱਢਲੀਆਂ ਸਤਰਾਂ ਹਨ। ਇਹਨਾਂ 'ਚ ਨਾਵਲਕਾਰ ਨੇ ਪਹਾੜੀ ਰਾਜਿਆਂ ਦੀ ਗੁਰੂ ਜੀ ਵੱਲੋਂ ਕੀਤੀ ਦੁਰਗਤ ਬਾਰੇ ਦੱਸਿਆ। ਵਿਆਖਿਆ। ਇਹਨਾਂ ਸਤਰਾਂ ਵਿੱਚ ਲੇਖਕ ਦੱਸਦਾ ਹੈ ਕਿ ਪਹਾੜੀ ਰਾਜੇ ਗੁਰੂ ਜੀ ਨੂੰ ਸਬਕ ਸਿਖਾਉਣ ਲਈ ਆਨੰਦਪੁਰ ਆਏ ਸਨ, ਪਰ ਉਹ ਆਪ ਬੇਆਬਰੂ ਹੋ ਕੇ ਗਏ। ਜਦੋਂ ਉਹ ਘਰ ਗਏ
ਤਾਂ ਸਵਾਣੀਆਂ ਨੇ ਤਾਨੇ ਮਾਰੇ। ਇਸ ਤੋਂ ਉਹਨਾਂ ਫਿਰ ਜ਼ਹਿਰੀਲੇ ਸੱਪਾਂ ਵਾਂਗ ਫੰਨਾਂ ਤਾਂ ਚੁੱਕੀਆਂ, ਪਰ ਉਹਨਾਂ ਨੂੰ ਡਰ ਸੀ ਕਿ ਕਿਤੇ ਸਿੱਖਾਂ ਦੇ ਸੋਟੇ ਉਹਨਾਂ ਦੇ ਸਿਰ ਹੀ ਨਾ ਫੇਂਹ ਦੇਣ। ਇਸ ਨਾਲ ਪਹਾੜਾਂ ਨੇ ਰੰਡੀਆਂ ਹੋ ਜਾਣਾ ਸੀ ਤੇ ਬੱਚੇ ਵੀ ਯਤੀਮ ਹੋ ਜਾਣੇ ਸਨ। ਅਗਲਾ ਹੈ ਟੋਟਾ 15ਵਾਂ। ਜਦੋਂ ਤੀਰ ਛੁੱਟਾ ਉਸ ਸੰਭਲਣ ਨਾ ਦਿੱਤਾ। ਤੀਰ ਕੰਨ 'ਚ ਵੱਜਦਾ ਹੋਇਆ ਦੂਜੇ ਕੰਨ ਥਾਈਂ ਬਾਹਰ ਨਿਕਲ ਗਿਆ। ਸਿਰ ਪਾੜ ਕੇ ਦੋ ਫਾੜ ਹੋ ਗਿਆ, ਜਿਵੇਂ ਖਰਬੂਜਾ ਭੰਨੇ ਵੱਗੀ ਵੱਟ 'ਤੇ ਰੱਖ ਕੇ। ਘੋੜਿਓਂ ਡਿੱਗਾ ਤੇ ਡਿੱਗਦਿਆਂ ਹੀ ਦਮ ਦੇ ਦਿੱਤੇ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 11ਵੇਂ ਕਾਂਡ ਟੱਕਰ ਪੈਂਦੇ ਖਾਂ ਦੀ ਵਿੱਚ ਸ਼ਾਮਲ ਹੈ। ਇਸ ਵਿੱਚ ਗੁਰੂ ਜੀ ਵੱਲੋਂ ਪੈਂਦੇ ਖਾਂ ਨਾਲ ਹੋਈ ਲੜਾਈ ਸਮੇਂ ਉਸ ਦੀ ਮੌਤ ਦੀ ਗੱਲ ਕੀਤੀ ਹੈ। ਵਿਆਖਿਆ ਹੈ ਇਸ ਵਾਰਤਾਲਾਪ 'ਚ ਨਾਵਲਕਾਰ ਦੱਸਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੈਂਦੇ ਖਾਂ 'ਤੇ ਤੀਸਰਾ ਤੀਰ ਚਲਾਉਂਦੇ ਹਨ ਤਾਂ ਪੈਂਦੇ ਖਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਤੀਰ ਇੱਕ ਕੰਨ 'ਚ ਵੱਜਿਆ ਤੇ ਦੂਜੇ ਕੰਨ ਵਿੱਚੋਂ ਬਾਹਰ ਨਿਕਲ ਗਿਆ। ਪੈਂਦੇ ਖਾਂ ਦਾ ਸਿਰ ਇਸ ਤਰ੍ਹਾਂ ਦੋ ਫਾੜ ਹੋ ਗਿਆ, ਜਿਵੇਂ ਡੰਗਰ ਚਰਾਉਣ ਵਾਲਾ ਵਿਅਕਤੀ ਖਰਬੂਜੇ ਨੂੰ ਵੱਟ 'ਤੇ ਰੱਖ ਕੇ ਭੰਨਦਾ ਹੈ। ਇਸ ਨਾਲ ਪੈਂਦੇ ਖਾਂ ਘੋੜੇ ਤੋਂ ਡਿੱਗ ਪਿਆ ਤੇ ਡਿੱਗਦੇ ਸਾਰ ਹੀ ਉਸ ਦੀ ਮੌਤ ਹੋ ਗਈ। ਅੱਗੇ ਹੈ ਟੋਟਾ 16ਵਾਂ। ਗੁਰੂ ਕੇ ਮਹਿਲ ਨਿਕਲ ਗਏ, ਮਾਤਾ ਵੀ ਨਿਕਲੀ ਤੇ ਸਾਹਿਬਜ਼ਾਦੇ ਵੀ। ਘਰ ਘਰ ਖਾਲੀ ਹੋ ਗਿਆ, ਉਜਾੜਾਂ ਪੈ ਗਈਆਂ ਬਸਤੀਆਂ ਰਸਤੀਆਂ ਬਰਾਂਦਰੀਆਂ ਵਿੱਚ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 12ਵੇਂ ਕਾਂਡ ਸੱਖਣੇ ਹੱਥ ਭਰੀਆਂ ਹਵੇਲੀਆਂ ਵਿੱਚੋਂ ਹੈ। ਇਸ ਵਾਰਤਾਲਾਪ 'ਚ ਨਾਵਲਕਾਰ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੰਦਪੁਰ ਛੱਡਣਾ ਪਿਆ ਸੀ। ਵਿਆਖਿਆ ਹੈ ਇਸ ਵਾਰਤਕ ਟੋਟੇ 'ਚ ਲੇਖਕ ਦੱਸਦਾ ਹੈ ਕਿ ਜਦੋਂ ਔਰੰਗਜ਼ੇਬ ਦੇ ਹੁਕਮ ਉੱਪਰ ਮੁਗਲਾਂ ਤੇ ਉਹਨਾਂ ਦੀਆਂ ਸਹਿਯੋਗੀ ਫੌਜਾਂ ਨੇ ਅਨੰਦਪੁਰ ਨੂੰ ਘੇਰਾ ਪਾਇਆ ਤਾਂ ਉਹਨਾਂ ਦੇ ਹੁਕਮ 'ਤੇ ਗੁਰੂ ਜੀ ਦੇ ਮਹਿਲ, ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਅਨੰਦਪੁਰ ਛੱਡ ਦਿੱਤਾ। ਇਸ ਨਾਲ ਸਾਰਾ ਘਰ ਖਾਲੀ ਹੋ ਗਿਆ ਸੀ। ਇਸ ਨਾਲ ਚੁਫੇਰੇ ਉਜਾੜ ਫੈਲ ਗਈ ਸੀ, ਕਿਉਂਕਿ ਖੁਸ਼ੀਆਂ ਖੁਸ਼ੀਆਂ 'ਚ ਵਸਦੇ ਲੋਕਾਂ ਨੂੰ ਅਨੰਦਪੁਰ ਛੱਡਣਾ ਪਿਆ ਸੀ। ਟੋਟਾ 17ਵਾਂ। ਪਰ ਮੁਗਲਾਂ ਨੇ ਤਾਂ ਬੜਾ ਕਰੜਾ ਹੁਕਮ ਚਾੜ ਦਿੱਤਾ ਹੈ। ਕੋਈ ਬੰਦਾ ਸਿੰਘ ਨੂੰ ਘਰ ਨਾ ਰੱਖੇ, ਅੰਨ ਪਾਣੀ ਨਾ ਦੇਵੇ ਕਿਸੇ ਸਿੰਘ ਨੂੰ, ਢੋਈ ਦੇਣਾ ਆਪਣੇ ਘਰ ਵਿੱਚ ਆਪਣਾ ਬੱਚਾ ਕੱਚਾ ਕੋਲੂ ਵਿੱਚ ਪਿੜਵਾਉਣ ਵਾਲੀ ਗੱਲ ਏ, ਆਖਣ ਲੱਗਾ ਪਿੰਡ ਦਾ ਪਠਾਨ ਚੌਧਰੀ। ਅੱਗੇ ਹੈ ਪ੍ਰਸੰਗ ਉਪਰੋਕਤ ਵਾਰਤਾਲਾਪ ਨਾਵਲ ਦੇ 13ਵੇਂ ਕਾਂਡ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਵਿੱਚੋਂ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮੁਗਲ ਫੌਜਾਂ ਪਿੰਡ 'ਚ ਸਿੱਖਾਂ ਨੂੰ ਸਹਾਰਾ ਦੇਣ ਤੇ ਸਜ਼ਾ ਦੇਣ ਦੇ ਹੁਕਮ ਸੁਣਾ ਰਹੀਆਂ ਸਨ। ਵਿਆਖਿਆ ਇਸ ਵਾਰਤਾਲਾਪ 'ਚ ਨਾਵਲਕਾਰ ਦੱਸਦਾ ਹੈ ਕਿ ਜਦੋਂ 3 ਸਿੱਖਾਂ ਵਿੱਚੋਂ ਇੱਕ ਪਿੰਡ ਦੇ ਪਠਾਨ ਚੌਧਰੀ ਤੋਂ ਰਾਹ ਬਾਰੇ ਪੁੱਛਦਾ ਹੈ ਤਾਂ ਉਹ ਆਖਦਾ ਹੈ ਕਿ ਮੁਗਲਾਂ ਨੇ ਬਹੁਤ ਸਖਤ ਹੁਕਮ ਲਾਗੂ ਕਰ ਦਿੱਤਾ ਹੈ ਕਿ ਕੋਈ ਵੀ ਬੰਦਾ ਕਿਸੇ ਸਿੰਘ ਨੂੰ ਨਾ ਹੀ ਘਰ ਰੱਖੇ ਤੇ ਨਾ ਹੀ ਅੰਨ ਪਾਣੀ ਦੇਵੇ। ਇਹ ਵੀ ਕਿਹਾ ਗਿਆ ਕਿ ਆਪਣੇ ਘਰ ਵਿੱਚ ਕਿਸੇ ਸਿੰਘ ਨੂੰ ਸਹਾਰਾ ਦੇਣਾ ਆਪਣਾ ਬੱਚਾ ਕੋਲੂ ਵਿੱਚ ਪਿੜਵਾਉਣ ਵਾਲੀ ਗੱਲ ਹੋਵੇਗੀ, ਅਰਥਾਤ ਹੁਕਮ ਅਦੂਲੀ ਦੀ ਬਹੁਤ ਸਖਤ ਸਜ਼ਾ ਮਿਲੇਗੀ। ਟੋਟਾ 18ਵਾਂ। 3 ਸਿੰਘ ਅਤੇ ਚੌਥਾ ਗੁਰੂ ਬਦਲੇ ਚੋਲੇ ਵਿੱਚ ਤਿਆਰ ਬਰ ਤਿਆਰ ਖੜੇ ਸਨ। ਧਰਮ ਸਿੰਘ ਇੱਕ ਪਾਸੇ, ਮਾਨ ਸਿੰਘ ਦੂਜੀ ਤਰਫ, ਦਇਆ ਸਿੰਘ ਤੇ ਗੁਰੂ ਇਕੱਠੇ ਹਵੇਲੀਓਂ ਨਿਕਲੇ ਅਤੇ ਵਿਛੜ ਗਏ। ਪ੍ਰਸੰਗ ਹੈ ਉਪਰੋਕਤ ਵਾਰਤਕ ਟੋਟਾ ਨਾਵਲ ਦੇ 14ਵੇਂ ਕਾਂਡ ਨਿਸ਼ਚੈ ਕਰ ਆਪਣੀ ਜੀਤ ਕਰੋ ਵਿੱਚੋਂ ਹੈ। ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਚਮਕੌਰ ਦੀ ਗੜੀ ਨੂੰ ਛੱਡਣ ਵੇਲੇ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਵਿਆਖਿਆ ਇਸ ਵਾਰਤਾਲਾਪ 'ਚ ਨਾਵਲਕਾਰ ਦੱਸਦਾ ਹੈ ਕਿ ਜਦੋਂ ਗੁਰੂ ਜੀ ਚਮਕੌਰ ਦੀ ਗੜੀ ਛੱਡਣ ਲਈ ਤਿਆਰ ਹੋ ਗਏ ਸਨ, ਉਹਨਾਂ ਸਮੇਤ 3 ਸਿੰਘਾਂ ਨੇ ਆਪਣੇ ਚੋਲੇ ਭਾਵ ਵਸਤਰ ਬਦਲੇ ਹੋਏ ਸਨ। ਗੁਰੂ ਜੀ ਦੇ ਇੱਕ ਪਾਸੇ ਧਰਮ ਸਿੰਘ, ਦੂਜੇ ਪਾਸੇ ਮਾਨ ਸਿੰਘ ਸਨ। ਗੁਰੂ ਜੀ ਤੇ ਦਇਆ ਸਿੰਘ ਇਕੱਠੇ ਖੜੇ ਸਨ। ਇਸ ਮਗਰੋਂ ਉਹ ਹਵੇਲੀ ਜਾਂ ਗੜੀ ਵਿੱਚੋਂ ਨਿਕਲੇ ਤੇ ਨਿਕਲਦਿਆਂ ਸਾਰ ਹੀ ਇੱਕ ਦੂਜੇ ਨਾਲੋਂ ਵਿਛੜ ਗਏ। ਵਾਰਤਾਲਾਪ ਟੋਟਾ 19ਵਾਂ। ਸਿੰਘ ਤੇ ਮਰ ਖੱਪ ਗਏ। ਹੁਣ ਸਿੰਘਾਂ ਦਾ ਕੀ ਕੰਮ? ਕੰਧਾਂ ਫੋਲੋ, ਸ਼ਾਇਦ ਹੱਡੀਆਂ ਨਿਕਲ ਆਉਣ। ਹੁਣ ਤੇ ਹੱਡ ਹੀ ਚੁਣੇ ਜਾ ਸਕਦੇ ਹਨ ਚਮਕੌਰ ਵਿੱਚੋਂ। ਪ੍ਰਸੰਗ ਹੈ ਉਪਰੋਕਤ ਵਾਰਤਾਲਾਪ ਨਾਵਲ ਦੇ 15ਵੇਂ ਕਾਂਡ ਮਿੱਤਰ ਪਿਆਰੀ ਨੂੰ ਵਿੱਚੋਂ ਹੈ। ਜਦੋਂ ਕਾਜ਼ੀ ਦਾ ਕਾਮਾ ਵਗਚਾਰ ਦੇ ਨੂਰੇ ਨੂੰ ਪੁੱਛਦਾ ਹੈ ਕਿ ਉਸਨੇ ਇੱਧਰ ਕੋਈ ਸਿੱਖ ਤਾਂ ਨਹੀਂ ਵੇਖਿਆ, ਤਾਂ ਨੂਰਾ ਜੋ ਉੱਤਰ ਦਿੰਦਾ ਹੈ ਉਹ ਇਸੇ ਵਾਰਤਕ ਟੋਟੇ ਵਿੱਚ ਹੈ। ਵਿਆਖਿਆ ਇਸ ਵਾਰਤਕ ਟੋਟੇ 'ਚ ਵਾਗੀ ਨੂਰਾ ਕਾਜੀ ਦੇ ਕਾਮੇ ਨੂੰ ਪੁੱਛਣ 'ਤੇ ਦੱਸਦਾ ਹੈ ਕਿ ਹੁਣ ਸਿੱਖ ਤਾਂ ਮਰ ਮੁੱਕ ਚੁੱਕੇ ਹਨ, ਹੁਣ ਸਿੰਘਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ, ਇਸ ਲਈ ਕੰਧਾਂ ਫੋਲੋ, ਸ਼ਾਇਦ ਹੱਡੀਆਂ ਨਿਕਲ ਆਉਣ, ਅਰਥਾਤ ਹੁਣ ਤਾਂ ਮੁਗਲ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਣਵਾ ਕੇ ਮਾਰ ਚੁੱਕੇ ਹਨ, ਸੋ ਮਗਰੋਂ ਕੰਧਾਂ 'ਚੋਂ ਹੀ ਉਹਨਾਂ ਦੀਆਂ ਹੱਡੀਆਂ ਲੱਭ ਸਕਦੇ ਹਨ। ਇਸੇ ਤਰ੍ਹਾਂ ਉਹ ਆਖਦਾ ਹੈ
ਕਿ ਹੁਣ ਤਾਂ ਚਮਕੌਰ ਵਿੱਚ ਸਿੰਘਾਂ ਦੇ ਹੱਡ ਹੀ ਚੁਣੇ ਜਾ ਸਕਦੇ ਹਨ, ਭਾਵ ਹੁਣ ਇੱਥੇ ਕੋਈ ਵੀ ਸਿੱਖ ਜਿੰਦਾ ਨਹੀਂ ਹੈ। ਅਗਲਾ ਟੋਟਾ ਹੈ 20ਵਾਂ। ਸਿੱਖ ਮੁਗਲ ਹਕੂਮਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਜਿਹੜਾ ਜਿਉਂਦੇ ਸਿੱਖ ਨੂੰ ਪੇਸ਼ ਕਰੇ 50 ਮੋਹਰਾਂ ਪਾਵੇਗਾ ਅਤੇ ਜਿਹੜਾ ਸਿਰਫ ਸਿਰ ਲੈ ਕੇ ਆਵੇ 25 ਦਮੜਿਆਂ ਦਾ ਹੱਕਦਾਰ ਹੋਵੇਗਾ। ਜਿਹੜਾ ਸਿੱਖਣੀ ਪੇਸ਼ ਕਰੇ 100 ਮੋਹਰਾਂ ਲਵੇ, 1 ਮਹੀਨਾ ਛੁੱਟੀ ਘਰ ਬੈਠ ਕੇ ਕੱਟੇ, ਤਨਖਾਹ ਉਹਦੇ ਘਰ ਪੁੱਜੇਗੀ ਅਤੇ ਉਹਦੇ ਅਹੁਦੇ ਵਿੱਚ ਵਾਧਾ ਕੀਤਾ ਜਾਵੇਗਾ। ਜਿਹੜਾ ਸੁਸਤੀ ਅਤੇ ਹੁਕਮ ਅਦੂਲੀ ਕਰਦਾ ਫੜਿਆ ਗਿਆ ਸਰੇ ਬਾਜ਼ਾਰ ਕਤਲ ਕਰਵਾ ਦਿੱਤਾ ਜਾਵੇਗਾ। ਪ੍ਰਸੰਗ ਉਪਰੋਕਤ ਵਾਰਤਕ ਟੋਟਾ ਨਾਵਲ ਦੇ 16ਵੇਂ ਕਾਂਡ ਹੱਥ ਨਾਲ ਲਾਏ ਕਸੁੰਬੜੇ ਵਿੱਚੋਂ ਹੈ। ਇਸ ਵਿੱਚ ਵਜ਼ੀਰ ਖਾਂ ਵੱਲੋਂ ਸਿੱਖਾਂ ਨੂੰ ਫੜਵਾਉਣ ਵਾਲਿਆਂ ਨੂੰ ਇਨਾਮ ਦੇਣ ਤੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੇ ਹੁਕਮ ਬਾਰੇ ਦੱਸਿਆ ਗਿਆ ਹੈ। ਵਿਆਖਿਆ ਇਸ ਵਾਰਤਕ ਟੋਟੇ 'ਚ ਨਾਵਲਕਾਰ ਦੱਸਦਾ ਹੈ ਕਿ ਵਜ਼ੀਰ ਖਾਂ ਨੇ ਹੁਕਮ ਕੀਤਾ ਸੀ ਕਿ ਸਿੱਖ ਮੁਗਲਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਜਿਉਂਦੇ ਸਿੱਖ ਨੂੰ ਪੇਸ਼ ਕਰਨ ਵਾਲੇ ਨੂੰ 50 ਮੋਹਰਾਂ ਤੇ ਕੇਵਲ ਸਿਰ ਪੇਸ਼ ਕਰਨ ਵਾਲੇ ਨੂੰ 25 ਦਮੜੇ ਦਿੱਤੇ ਜਾਣਗੇ। ਇਸੇ ਤਰ੍ਹਾਂ ਸਿੱਖਣੀ ਨੂੰ ਪੇਸ਼ ਕਰਨ ਵਾਲੇ ਨੂੰ 101 ਮੋਹਰਾਂ, ਮਹੀਨਾ ਛੁੱਟੀ, ਤਨਖਾਹ ਸਮੇਤ ਤੇ ਅਹੁਦੇ 'ਚ ਤਰੱਕੀ ਦਿੱਤੀ ਜਾਵੇਗੀ। ਪਰ ਜੇਕਰ ਕੋਈ ਹੁਕਮ ਦੀ ਅਵੱਗਿਆ ਕਰਦਾ ਫੜਿਆ ਗਿਆ ਤਾਂ ਉਸ ਨੂੰ ਭਰੇ ਬਾਜ਼ਾਰ 'ਚ ਕਤਲ ਕਰਵਾ ਦਿੱਤਾ ਜਾਵੇਗਾ। ਵਾਰਤਾਲਾਪ 21ਵਾਂ। ਤਲਵਾਰਾਂ ਦੇ ਫੱਟ ਬਹੁਤਿਆਂ ਪਠਾਣਾਂ ਦੀ ਪਿੱਠ ਉੱਤੇ ਸਨ। ਉਹਨਾਂ ਪਠਾਣਾਂ ਦੀ ਗਿਣਤੀ ਘੱਟ ਸੀ ਜਿਨ੍ਹਾਂ ਹਿੱਕ ਤੇ ਜ਼ਖਮ ਖਾਧੇ ਸਨ। ਆਖਣ ਨੂੰ ਸੀਨਾ ਤਾਣ ਕੇ ਲੜੇ ਸਨ ਪੁੱਤ ਪਠਾਣਾਂ ਦੇ। ਪ੍ਰਸੰਗ ਹੈ ਇਹ ਵਾਰਤਕ ਸਤਰਾਂ ਨਾਵਲ ਦੇ 18ਵੇਂ ਕਾਂਡ ਲਹੂ ਨਿਚੁੜਦੀ ਲੋਥ 'ਚ ਸ਼ਾਮਲ ਹਨ। ਇਹਨਾਂ ਸਤਰਾਂ 'ਚ ਨਾਵਲਕਾਰ ਨੇ ਪਠਾਣਾਂ ਦੀ ਮੈਦਾਨੇ ਜੰਗ 'ਚ ਕਾਰਗੁਜ਼ਾਰੀ ਬਾਰੇ ਗੱਲ ਕੀਤੀ ਹੈ। ਵਿਆਖਿਆ ਹੈ ਇਹਨਾਂ ਵਾਰਤਕ ਸਤਰਾਂ 'ਚ ਨਾਵਲਕਾਰ ਦੱਸਦਾ ਹੈ ਕਿ ਗੁਰੂ ਜੀ ਦੀਆਂ ਫੌਜਾਂ ਨਾਲ ਲੜੇ ਪਠਾਣਾਂ ਵਿੱਚੋਂ ਵਧੇਰੇ ਪਠਾਣਾਂ ਦੀ ਪਿੱਠ 'ਤੇ ਵੱਡੇ ਜ਼ਖਮ ਸਨ। ਅਜਿਹੇ ਪਠਾਣਾਂ ਦੀ ਗਿਣਤੀ ਬਹੁਤ ਘੱਟ ਸੀ ਜਿਨ੍ਹਾਂ ਨੇ ਛਾਤੀ 'ਤੇ ਵਾਰ ਖਾਧੇ ਸਨ, ਅਰਥਾਤ ਵਧੇਰੇ ਪਠਾਣ ਮੈਦਾਨੇ ਜੰਗ 'ਚ ਡਰ ਕੇ ਭੱਜਣ ਵਾਲੇ ਹੀ ਸਨ। ਪਰ ਲੋਕ ਆਖ ਰਹੇ ਸਨ ਕਿ ਉਹ ਗੁਰੂ ਜੀ ਦੀਆਂ ਫੌਜਾਂ ਨਾਲ ਸੀਨਾ ਤਾਣ ਕੇ ਲੜੇ ਸਨ। ਵਾਰਤਕ ਟੋਟਾ 22ਵਾਂ। ਅੱਜ ਰਾਤ ਦੇ ਹਰਮ ਦੀ ਮਹਿਮਾਨ ਸੀ ਅਨੂਪ ਕੌਰ। ਨਿਕਾਹ ਪੜ੍ਹਿਆ ਜਾਣਾ ਸੀ। ਕਾਜੀ ਇਸ ਉਡੀਕ ਵਿੱਚ ਸਨ। ਸ਼ੇਰ ਮੁਹੰਮਦ ਖਾਨ ਫੁੱਲਿਆ ਨਹੀਂ ਸੀ ਸਮਾਉਂਦਾ। ਉਹਦੇ ਅੰਗ ਅੰਗ ਨੱਚ ਰਹੇ ਸਨ। ਬੁਢਾਪੇ ਵਿੱਚ ਜਵਾਨੀ ਦੀ ਕਿਰਨ ਫੁੱਟ ਪਈ। ਪ੍ਰਸੰਗ ਹੈ ਉਪਰੋਕਤ ਵਾਰਤਕ ਸਤਰਾਂ ਨਾਵਲ ਦੇ 18ਵੇਂ ਕਾਂਡ ਲਹੂ ਨਿਚੜੀ ਲੋਥ 'ਚ ਸ਼ਾਮਲ ਹਨ। ਇਹਨਾਂ ਵਿੱਚ ਉਸ ਵੇਲੇ ਦੀ ਸਥਿਤੀ ਬਾਰੇ ਦੱਸਿਆ ਗਿਆ ਹੈ ਜਿਸ ਰਾਤ ਸ਼ੇਰ ਮੁਹੰਮਦ ਖਾਨ ਨੇ ਅਗਵਾ ਕਰਕੇ ਲਿਆਂਦੀ ਅਨੂਪ ਕੌਰ ਨਾਲ ਨਿਕਾਹ ਕਰਵਾਉਣਾ ਸੀ। ਵਿਆਖਿਆ ਇਹਨਾਂ ਸਤਰਾਂ 'ਚ ਲੇਖਕ ਦੱਸਦਾ ਹੈ ਕਿ ਅਨੂਪ ਕੌਰ ਅੱਜ ਰਾਤ ਦੇ ਹਰਮ ਦੀ ਮਹਿਮਾਨ ਸੀ। ਅੱਜ ਸ਼ੇਰ ਮੁਹੰਮਦ ਖਾਨ ਨਾਲ ਨਿਕਾਹ ਪੜ੍ਹਾਉਣ ਲਈ ਕਾਜੀ ਉਡੀਕ ਕਰ ਰਿਹਾ ਸੀ। ਸ਼ੇਰ ਮੁਹੰਮਦ ਖਾਨ ਬੇਹੱਦ ਖੁਸ਼ ਸੀ। ਇਸ ਖੁਸ਼ੀ ਨਾਲ ਉਸਦੇ ਅੰਗ ਅੰਗ ਨੱਚ ਰਹੇ ਸਨ। ਇਸ ਸਮੇਂ ਉਸਦੇ ਬੁਢਾਪੇ 'ਚ ਵੀ ਜਵਾਨੀ ਮੁੜਾਈ ਜਾਪਦੀ ਸੀ। ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।